ਜਿਹੜੇ ਆਮ ਗਰੀਬ ਆਦਮੀ ਆ ਉਹਨੂੰ ਦੋ ਵਕਤ ਦੀ ਰੋਟੀ ਦਾ ਲਾਲੇ ਪਏ ਹੋਏ ਨੇ। ਜਿਹੜੇ ਵਿਚਾਰੇ ਮਾਈਗ੍ਰੈਂਟ ਲੇਬਰ ਪੰਜਾਬ ਦੇ ਵਿੱਚ ਉਹ ਆਪਣੇ ਘਰਾਂ ਨੂੰ ਜਾਂਦੇ ਕਈ ਮਾਰੇ ਗਏ ਰਾਤ ਸੜਕਾਂ ਤੇ ਟ੍ਰੇਨਾਂ ਦੇ ਵਿੱਚ। ਔਰ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਫਰੰਟ ਲਾਈਨ ਵਰਕਰ ਸਾਡੇ ਹੈਲਥ ਦੇ ਨੇ ਜਾਂ ਜਿਹੜੀ ਪੁਲਿਸ ਫੋਰਸ ਥੱਲੇ ਕੰਮ ਕਰਦੀ। ਇਹਨਾਂ ਸਾਰੇ ਮੁੱਦਿਆਂ ਨੂੰ ਛੱਡ ਕੇ ਪੰਜਾਬ ਦੀ ਰਾਜਨੀਤੀ ਸ਼ਰਾਬ ਨੂੰ ਲੈ ਕੇ ਗਰਮਾਈ ਹੋਈ। ਸਾਰੀ ਕੈਬਨਿਟ ਇੱਕ ਪਾਸੇ ਇਕੱਠੀ ਹੋ ਕੇ ਉਹ ਚੀਫ ਮਿਨਿਸਟਰ ਸਾਹਿਬ ਨੂੰ ਅਲਟੀਮੇਟਮ ਦਿੰਦੀ ਆ ਕਿ ਜਾਂ ਸਾਨੂੰ ਰੱਖ ਲਓ ਤੇ ਜਾਂ ਮੁੱਖ ਸਕੱਤਰ ਨੂੰ ਰੱਖ ਲਓ। ਇਹ ਨੌਬਤ ਵੱਧਦੀ ਹੁਣ ਕਾਂਗਰਸ ਦੇ 12 ਐਮਐਲਏ ਨੇ ਮੰਗ ਰੱਖਤੀ ਕਿ ਇਹ ਸਾਰੇ ਵਿਵਾਦ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ। ਇੱਥੋਂ ਇਹ ਨਜ਼ਰ ਆਉਂਦਾ ਕਿ ਕਾਂਗਰਸ ਦੇ ਐਮਐਲਏਜ਼ ਉਹਨਾਂ ਨੂੰ ਆਪਣੀ ਸੂਬੇ ਦੀ ਪੰਜਾਬ ਪੁਲਿਸ ਤੇ ਆਪਣੇ ਮੁੱਖ ਸਕੱਤਰ ਤੇ ਜਾਂ ਵਿਜੀਲੈਂਸ ਜਿਹੜੀਆਂ ਡਿਪਾਰਟਮੈਂਟਸ ਨੇ ਜਿਹੜੇ ਜਾਂਚ ਕਰ ਸਕਦੇ, ਇਹਨਾਂ ਦੇ ਕਿਸੇ ਤੇ ਭਰੋਸਾ ਨਹੀਂ। ਸ਼ਾਇਦ ਦੇਸ਼ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਇਸ ਤਰ੍ਹਾਂ ਦੇ ਨਾਲ ਰੂਲਿੰਗ ਪਾਰਟੀ ਦੇ ਲੋਕ ਹੀ ਬਗਾਵਤ ਵਿੱਚ ਖੜ ਗਏ ਨੇ। ਇਹ ਵਿਵਾਦ ਅਲਟੀਮੇਟਲੀ ਕਾਂਗਰਸ ਹਾਈ ਕਮਾਂਡ ਤੱਕ ਜਾਵੇਗਾ ਔਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਗਾਵਤ ਜ਼ੋਰ ਫੜ ਜੇ ਤੇ ਲੀਡਰਸ਼ਿਪ ਚੇਂਜ ਕਰਨ ਤੱਕ ਵੀ ਮੰਗ ਜਾ ਸਕਦੀ। ਜਿਹੜੇ ਪੋਲੀਟੀਕਲ ਲੋਕ ਨੇ, ਜਿਹੜੇ ਐਮਐਲਏ ਤੇ ਮੰਤਰੀ ਨੇ, ਉਹਨਾਂ ਦੀਆਂ ਆਪਣੀਆਂ ਸ਼ਰਾਬ ਦੀਆਂ ਮਿੱਲਾਂ ਨੇ। ਨੰਬਰ 2 ਦੀ ਸ਼ਰਾਬ ਸ਼ਰੇਆਮ ਵੇਚ ਰਹੇ ਨੇ, ਟਰੱਕਾਂ ਦੇ ਟਰੱਕ ਜਾ ਰਹੇ ਨੇ। ਇੱਕ ਟਰੱਕ ਦਾ 6 ਲੱਖ ਤੋਂ ਲੈ ਕੇ 8 ਲੱਖ ਰੁਪਏ ਤੱਕ ਕਮਾਈ ਕਰਦੇ ਨੇ, ਟੈਕਸ ਦੀ ਚੋਰੀ ਕਰਦੇ ਨੇ। ਕੈਪਟਨ ਸਾਹਿਬ ਨੂੰ ਪੁਰਾਣਾ ਪਤਾ, ਕਿਉਂਕਿ ਕੈਪਟਨ ਸਾਹਿਬ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਆਪ ਹੀ ਨੇ। ਇਸ ਕਰਕੇ ਇਹ ਸਾਰੀ ਮਿਲੀ ਭੁਗਤ ਅਫਸਰਸ਼ਾਹੀ ਦੇ ਵਿੱਚ ਹੀ ਨਾਲ ਪੋਲੀਟੀਕਲ ਲੋਕਾਂ ਦੀ। ਇੱਕ ਪਾਸੇ ਕਹਿੰਦੇ ਸਾਡੀ ਪੰਥਕ ਸਰਕਾਰ ਹੈ, ਅਸੀਂ ਬੜੇ ਧਾਰਮਿਕ ਲੋਕ ਆ। ਇੱਕ ਪਾਸੇ ਛਾਤੀ ਤੇ ਹੱਥ ਠੋਕ ਕੇ ਕਹਿੰਦੇ ਪੰਜਾਬ ਦੇ ਵਿੱਚ ਵਿਕਰੀ ਸ਼ਰਾਬ ਦੀ ਬੜੀ ਵਧਾਤੀ ਸੀ। ਪਰ ਨਾਲ ਉਹ ਭੁੱਲ ਗਏ ਕਿ ਉਹਨਾਂ ਦੇ ਸਮੇਂ ਵੀ ਮਾਫੀਆ ਇਦਾਂ ਹੀ ਪਰਬਲ ਸੀ ਜਿੱਦਾਂ ਹੁਣ। ਇਕੱਲਾ ਸ਼ਰਾਬ ਦਾ ਨਹੀਂ, ਅਕਾਲੀਆਂ ਵੇਲੇ ਜਿਹੜਾ ਵੀ ਮਾਫੀਆ ਪਰਬਲ ਸੀ, ਚਾਹੇ ਉਹ ਡਰੱਗ ਮਾਫੀਆ ਸੀ, ਚਾਹੇ ਉਹ ਸ਼ਰਾਬ ਮਾਫੀਆ ਸੀ, ਚਾਹੇ ਉਹ ਕੇਬਲ ਮਾਫੀਆ ਸੀ, ਚਾਹੇ ਉਹ ਟਰਾਂਸਪੋਰਟ ਮਾਫੀਆ ਸੀ, ਚਾਹੇ ਉਹ ਮਾਈਨਿੰਗ ਮਾਫੀਆ ਸੀ, ਸਾਰੇ ਮਾਫੀਆ ਕਾਂਗਰਸ ਨੇ ਉਦਾਂ ਹੀ ਅਡਾਪਟ ਕੀਤੇ ਨੇ। ਤਾਂ ਹੀ ਉਹ ਪੰਜਾਬ ਦਾ ਖਜ਼ਾਨਾ ਲਗਾਤਾਰ ਇੱਕ ਮਿਨਿਸਟਰ ਨੇ ਆਣ ਕੇ ਕਿਤੇ ਸੱਚ ਬੋਲਤਾ ਜਾਂ ਕੁਝ ਐਮਐਲਏ ਨੇ ਇਕੱਠੇ ਹੋ ਕੇ ਆਣ ਕੇ ਸੱਚ ਬੋਲਤਾ, ਬਾਕੀ ਸਾਰੀ ਜਮਾਤ ਨੂੰ ਪਤਾ ਵਾ ਕਿ ਇਹ ਤਾਂ ਮੁੜ ਕੇ ਫਿਰ ਸਾਡੇ ਕੋਲ ਕੰਟਰੋਲ ਨਹੀਂ ਹੋਣਾ ਤੇ ਜਦੋਂ ਜਾਂਚ ਹੋਊਗੀ ਅਸੀਂ ਸਾਰੇ ਉਸ ਜਾਂਚ ਵਿੱਚ ਆਵਾਂਗੇ। ਕੈਪਟਨ ਅਮਰਿੰਦਰ ਸਿੰਘ ਇੱਕ ਇਨਐਕਸੈਸਿਬਲ ਚੀਫ ਮਿਨਿਸਟਰ ਸਾਬਤ ਹੋਏ ਨੇ। ਹੁਣ ਦੇਖ ਲਓ ਇਹਨਾਂ ਦਿਨਾਂ ਵਿੱਚ ਉਹ ਆਪਣੇ ਫਾਰਮ ਹਾਊਸ ਤੇ ਬੈਠੇ ਨੇ 15-20 ਕਿਲੋਮੀਟਰ ਤੇ ਚੰਡੀਗੜ੍ਹ, ਪਰ ਚੰਡੀਗੜ੍ਹ ਵਿੱਚ ਆਪਣੀ ਕੈਬਨਿਟ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਆਉਂਦੇ। ਬਹੁਤ ਸਾਰੇ ਪੁਲਿਸ ਆਫਸਰ ਇਨਕਲੂਡਿੰਗ ਸੈਣੀ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਸੀ, ਜਿਹੜੇ ਇੱਦਾਂ ਲੋਕਾਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਤਸ਼ੱਦਦ ਕਰਦੇ ਸੀ, ਮੁੜ ਕੇ ਮਾਰ ਦਿੰਦੇ ਸੀ। ਇਹ ਜਿਹੜਾ ਕਸੂਰਵਾਰ ਨੇ, ਮੈਂ ਸਮਝਦਾ ਇਹਦੇ ਵਿੱਚ ਬਾਦਲ ਦਾ ਪਰਿਵਾਰ ਕਸੂਰਵਾਰ ਹੈ। ਉਹਨਾਂ ਦੀ ਬਦੌਲਤ ਇਹ ਲੋਕ ਅੱਜ ਜਿਹੜੇ ਨੇ ਇਹਨਾਂ ਤੇ ਕੋਈ ਐਕਸ਼ਨ ਤਾਂ ਕੀ ਹੋਣਾ, ਉਲਟਾ ਇਹਨਾਂ ਨੂੰ ਡੀਜੀਪੀ ਲਾਇਆ ਉਹਨਾਂ। ਇੱਕ ਸੁਮੇਧ ਸਿੰਘ ਸੈਣੀ ਦੇ ਖਿਲਾਫ ਸੈਣੀ ਮੋਟਰਸ ਦਾ ਟ੍ਰਿਪਲ ਮਰਡਰ ਕੇਸ ਚੱਲ ਰਿਹਾ 1994 ਦਾ। ਚੱਲੀ ਤੁਰਿਆ ਜਾਂਦਾ। ਇਹਨਾਂ ਲੋਕਾਂ ਨੂੰ ਕਿਦੋਂ ਸਜ਼ਾ ਹੋਈ? ਅਕਾਲੀਆਂ ਨੇ ਇਹਨੂੰ ਡੀਜੀਪੀ ਬਣਾ ਕੇ obstruction ਕੀਤੀ ਜਸਟਿਸ ਵਿੱਚ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਸਭ ਕੁਝ। ਇਹ ਆਪਣੀ 2002 ਵਾਲੀ ਸਰਕਾਰ ਵਿੱਚ ਚੱਕ ਕੇ ਪਰਚਾ ਦਰਜ ਕਰ ਸਕਦੇ ਸੀ। ਇਹਨਾਂ ਨੇ ਵੀ ਬਹੁਤ ਲੇਟ ਕੀਤਾ, ਹੁਣ ਵੀ 3 ਸਾਲ ਬਾਅਦ ਪਰਚਾ ਦਰਜ ਕੀਤਾ। ਪੰਜਾਬ ਦੇ ਸ਼ਾਂਤ ਮਾਹੌਲ 'ਚ ਜਦੋਂ ਲੋਕਡਾਊਨ ਹੋਇਆ ਤਾਂ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਤੇ ਸਿਆਸੀ ਤਾਕਤਾਂ ਪੰਜਾਬ ਦੇ ਭਲੇ ਲਈ ਕੁਝ ਕਰਨਗੀਆਂ, ਪਰ ਉਹ ਉਲਟ ਰਿਹਾ। ਪੰਜਾਬ ਦੇ ਵਿੱਚ ਰਾਜਨੀਤੀ ਇੰਨੀ ਗਰਮ ਹੋ ਗਈ ਹੈ ਕਿ ਲੋਕਾਂ ਦੇ ਮੁੱਦੇ ਵੀ ਕਈ ਵਾਰ ਗੁਆਚ ਜਾਂਦੇ ਲੱਗਦੇ ਨੇ। ਅਸੀਂ ਗੱਲ ਕਰਾਂਗੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਕਿ ਜਿਹੜੇ ਮੰਤਰੀ ਨੇ ਉਹ ਅਫਸਰਸ਼ਾਹੀ ਤੇ ਦੋਸ਼ ਲਾਉਂਦੇ ਨੇ, ਮੰਤਰੀ ਆਪਸ ਦੇ ਵਿੱਚ ਲੜ ਰਹੇ ਨੇ, ਜਿਸ ਨਾਲ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਪਿੱਛੇ ਰਹਿ ਗਈਆਂ। ਕੀ ਮਾਮਲਾ ਗੱਲ ਕਰਦੇ ਹਾਂ ਖਹਿਰਾ ਸਾਹਿਬ, ਕੀ ਲੱਗਦਾ ਕਿ ਮੰਤਰੀ ਆਪਸ ਵਿੱਚ ਝਗੜ ਪਏ, ਪਹਿਲਾਂ ਅਫਸਰਸ਼ਾਹੀ ਨਾਲ ਲੜ ਪਏ, ਕਿੱਥੇ ਘਾਟ ਲੱਗਦੀ ਹੈ ਤੁਹਾਨੂੰ? ਪਹਿਲੀ ਗੱਲ ਤਾਂ ਬੜਾ ਦੁਖਦਾਈ ਤੇ ਅਫਸੋਸਨਾਕ ਗੱਲ ਹੈ ਕਿ ਆਪਾਂ ਕਰੋਨਾ ਵਾਇਰਸ ਦੇ ਕ੍ਰਾਈਸਿਸ ਵਿੱਚੋਂ ਲੰਘ ਰਹੇ ਹਾਂ। ਜਿਹੜੇ ਆਮ ਗਰੀਬ ਆਦਮੀ ਆ ਉਹਨੂੰ ਦੋ ਵਕਤ ਦੀ ਰੋਟੀ ਦਾ ਲਾਲੇ ਪਏ ਹੋਏ ਨੇ। ਜਿਹੜੇ ਵਿਚਾਰੇ ਮਾਈਗ੍ਰੈਂਟ ਲੇਬਰ ਪੰਜਾਬ ਦੇ ਵਿੱਚ ਉਹ ਆਪਣੇ ਘਰਾਂ ਨੂੰ ਜਾਂਦੇ ਕਈ ਮਾਰੇ ਗਏ ਰਾਤ ਸੜਕਾਂ ਤੇ ਟ੍ਰੇਨਾਂ ਦੇ ਵਿੱਚ। ਔਰ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਫਰੰਟ ਲਾਈਨ ਵਰਕਰ ਸਾਡੇ ਹੈਲਥ ਦੇ ਨੇ ਜਾਂ ਜਿਹੜੀ ਪੁਲਿਸ ਫੋਰਸ ਥੱਲੇ ਕੰਮ ਕਰਦੀ। ਇਹਨਾਂ ਸਾਰੇ ਮੁੱਦਿਆਂ ਨੂੰ ਛੱਡ ਕੇ ਪੰਜਾਬ ਦੀ ਰਾਜਨੀਤੀ ਸ਼ਰਾਬ ਨੂੰ ਲੈ ਕੇ ਗਰਮਾਈ ਹੋਈ ਹੈ। ਔਰ ਅਗਰ ਸ਼ਰਾਬ ਨੂੰ ਲੈ ਕੇ ਗਰਮਾਈ ਵੀ ਹੋਈ ਆ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਵਿਵਾਦ ਉੱਠਿਆ ਵਾ ਕਿ ਸਾਰੀ ਕੈਬਨਿਟ ਇੱਕ ਪਾਸੇ ਇਕੱਠੀ ਹੋ ਕੇ ਉਹ ਚੀਫ ਮਿਨਿਸਟਰ ਸਾਹਿਬ ਨੂੰ ਅਲਟੀਮੇਟਮ ਦਿੰਦੀ ਆ ਕਿ ਜਾਂ ਸਾਨੂੰ ਰੱਖ ਲਓ ਤੇ ਜਾਂ ਮੁੱਖ ਸਕੱਤਰ ਨੂੰ ਰੱਖ ਲਓ।
ਤੇ ਚੀਫ ਮਿਨਿਸਟਰ ਸਾਹਿਬ ਨੇ ਪਿਛਲੇ 3-4 ਦਿਨ ਤੋਂ ਆਪਣੇ ਮੁੱਖ ਸਕੱਤਰ ਨੂੰ ਤਰਜੀਹ ਦਿੱਤੀ ਹੈ। ਕੈਬਨਿਟ ਮੀਟਿੰਗ ਮੰਡੇ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਉਹਨੂੰ ਫਿਰ ਦੁਬਾਰਾ ਆਪਣੇ ਜਿਹੜਾ ਉਹਨਾਂ ਦਾ ਵੀਡੀਓ ਕਾਨਫਰੰਸਿੰਗ ਸੀ ਪ੍ਰਾਈਮ ਮਿਨਿਸਟਰ ਦੇ ਨਾਲ ਲਾਈਵ, ਉਹਨੂੰ ਮੁੱਖ ਸਕੱਤਰ ਨੂੰ ਫਿਰ ਆਪਣੇ ਨਾਲ ਬਿਠਾਇਆ ਹੋਇਆ ਸੀਗਾ ਔਰ ਅੱਜ ਤੱਕ ਸਿਰਫ ਉਹਦਾ ਇੱਕ ਵਿਭਾਗ ਵਾਪਸ ਲਿਆ ਐਕਸਾਈਜ਼ ਐਂਡ ਟੈਕਸੇਸ਼ਨ ਦਾ। ਇਸ ਤੋਂ ਇਲਾਵਾ ਉਹਦੇ ਤੇ ਕੋਈ ਜਾਂਚ ਦੇ ਹੁਕਮ ਨਹੀਂ ਦਿੱਤੇ, ਕੋਈ ਕਾਰਵਾਈ ਨਹੀਂ ਕੀਤੀ ਔਰ ਇਹ ਨੌਬਤ ਵੱਧਦੀ ਹੁਣ ਕਾਂਗਰਸ ਦੇ 12 ਐਮਐਲਏ ਨੇ ਮੰਗ ਰੱਖਤੀ ਕਿ ਇਹ ਸਾਰੇ ਵਿਵਾਦ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ। ਇੱਥੋਂ ਇਹ ਨਜ਼ਰ ਆਉਂਦਾ ਕਿ ਕਾਂਗਰਸ ਦੇ ਐਮਐਲਏਜ਼ ਉਹਨਾਂ ਨੂੰ ਆਪਣੀ ਸੂਬੇ ਦੀ ਪੰਜਾਬ ਪੁਲਿਸ ਤੇ, ਆਪਣੇ ਮੁੱਖ ਸਕੱਤਰ ਤੇ ਜਾਂ ਵਿਜੀਲੈਂਸ ਜਿਹੜੀਆਂ ਡਿਪਾਰਟਮੈਂਟਸ ਨੇ ਜਿਹੜੇ ਜਾਂਚ ਕਰ ਸਕਦੇ, ਇਹਨਾਂ ਦੇ ਕਿਸੇ ਤੇ ਭਰੋਸਾ ਨਹੀਂਗਾ। ਸੋ ਕੁੱਲ ਮਿਲਾ ਕੇ ਇੱਕ ਅਨਪ੍ਰੈਸੀਡੈਂਟਡ ਐਡਮਿਨਿਸਟ੍ਰੇਟਿਵ ਤੇ ਪੋਲੀਟੀਕਲ ਕ੍ਰਾਈਸਿਸ ਆ। ਸ਼ਾਇਦ ਦੇਸ਼ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਇਸ ਤਰ੍ਹਾਂ ਦੇ ਨਾਲ ਰੂਲਿੰਗ ਪਾਰਟੀ ਦੇ ਲੋਕ ਹੀ ਬਗਾਵਤ ਵਿੱਚ ਖੜ ਗਏ ਨੇ ਔਰ ਇਹਦਾ ਪ੍ਰਮੁੱਖ ਕਾਰਨ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਸਾਲਾਂ ਤੋਂ ਆਪਣੀ ਸਰਕਾਰ ਵਿੱਚ ਅਫਸਰਾਂ ਨੂੰ ਤਰਜੀਹ ਦਿੰਦੇ ਸੀ ਕਿ ਚੁਣੇ ਹੋਏ ਨੁਮਾਇੰਦੇ, ਚਾਹੇ ਉਹ ਸਰਪੰਚ ਆ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪਰਿਸ਼ਦ ਜਾਂ ਐਮਐਲਏ ਜਾਂ ਈਵਨ ਹੁਣ ਮਿਨਿਸਟਰਸ, ਇਹਨਾਂ ਦੀ ਕੋਈ ਸੁਣਵਾਈ ਨਹੀਂ। ਇਸ ਕਰਕੇ ਇਹ ਸਾਰਾ ਜਿਹੜਾ ਵਿਵਾਦ ਬਹੁਤ ਵੱਡੇ ਪੱਧਰ ਤੇ ਉੱਠਿਆ ਵਾ ਔਰ ਮੈਨੂੰ ਨਹੀਂ ਲੱਗਦਾ ਕਿ ਵਿਵਾਦ ਇਹ ਛੇਤੀ ਖਤਮ ਹੋਵੇਗਾ। ਇਹ ਵਿਵਾਦ ਅਲਟੀਮੇਟਲੀ ਕਾਂਗਰਸ ਹਾਈ ਕਮਾਂਡ ਤੱਕ ਜਾਵੇਗਾ ਔਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਗਾਵਤ ਜ਼ੋਰ ਫੜ ਜੇ ਤੇ ਲੀਡਰਸ਼ਿਪ ਚੇਂਜ ਕਰਨ ਤੱਕ ਵੀ ਮੰਗ ਜਾ ਸਕਦੀ ਹੈ। ਜਿਹੜਾ ਸ਼ਰਾਬ ਦਾ ਸੈਂਕੜੇ ਕਰੋੜਾਂ ਰੁਪਈਆ ਸ਼ਰਾਬ ਵਾਲੇ ਮਾਮਲੇ 'ਚੋਂ ਖਾਧਾ ਜਾ ਰਿਹਾ, ਕਹਿੰਦੇ ਹਰਿਆਣਾ 'ਚੋਂ ਲਿਆ ਕੇ ਪਹਿਲਾਂ ਵੇਚੀ ਜਾ ਰਹੀ ਸੀ। ਲਾਕਡਾਊਨ ਦੌਰਾਨ ਸ਼ਰਾਬ ਵਿਕਣੀ ਬੰਦ ਨਹੀਂ ਪੰਜਾਬ ਦੇ ਵਿੱਚ 2 ਨੰਬਰ 'ਚ। ਕਾਫੀ ਚੂਨਾ ਲੱਗਿਆ ਪੰਜਾਬ ਸਰਕਾਰ ਨੂੰ। ਕਿਹਾ ਜਾ ਰਿਹਾ ਕਿ 1000 ਕਰੋੜ ਤੋਂ ਉੱਪਰ ਸਾਲਾਨਾ ਦਾ ਘਾਟਾ ਵੀ ਪੈ ਰਿਹਾ। ਇਹਦੇ ਪਿੱਛੇ ਕੋਈ ਅਫਸਰਸ਼ਾਹੀ ਦੀ ਵੀ ਜੋ ਫੈਕਟਰੀਆਂ ਨੇ ਸ਼ਰਾਬ ਦੀਆਂ ਉਹ ਕਾਰਨ ਹੈ ਜਾਂ ਫਿਰ ਕਾਂਗਰਸੀ ਲੀਡਰਾਂ ਦੀਆਂ ਫੈਕਟਰੀਆਂ ਨੇ, ਕੀ ਕਾਰਨ ਲੱਗਦਾ? ਦੇਖੋ, ਜਿੱਥੋਂ ਤੱਕ ਕਰਪਸ਼ਨ ਹੈ ਨਾ, ਉਹਦੇ 'ਚ ਅਫਸਰਸ਼ਾਹੀ ਤੇ ਪੋਲੀਟੀਕਲ ਜਿਹੜੀ ਜਮਾਤ ਹੈ, ਇਹ ਦੋਨੋਂ ਹੀ ਇਸ ਹਮਾਮ ਵਿੱਚ ਨੰਗੇ ਨੇ, ਦੋਨੋਂ ਘੱਟ ਨੇਗੇ। ਔਰ ਜਿਹੜਾ ਤੁਸੀਂ ਕਹਿ ਰਹੇ ਕਿ ਸ਼ਰਾਬ ਕਰੋਨਾ ਵਾਇਰਸ ਦੇ ਕਰਫਿਊ ਦੇ ਦੌਰਾਨ ਵਿਕਦੀ ਸੀਗੀ, ਉਹ ਤਾਂ ਚਲੋ ਜਿਹੜੀ ਵਿਕਦੀ ਸੀ, ਵੈਸੇ ਵੀ ਪੰਜਾਬ ਦੇ ਵਿੱਚ ਇੱਕ ਸਰਕਾਰੀ ਸ਼ਰਾਬ ਦੇ ਵਪਾਰ ਨੇ, ਪ੍ਰਾਈਵੇਟ ਪੈਰਲਲ ਨੰਬਰ 2 ਦਾ ਸ਼ਰਾਬ ਦਾ ਧੰਦਾ ਚੱਲ ਰਿਹਾ ਬੜੀ ਦੇਰ ਤੋਂ, ਸਭ ਜਾਣਦੇ ਨੇ। ਔਰ ਜਿਹੜਾ ਤੁਸੀਂ ਕਹਿੰਦੇ ਕਿ ਅਫਸਰ ਲੁੱਟ ਖਸੁੱਟ ਕਰਦੇ ਨੇ, ਇਹ ਜਿੱਦਾਂ ਕਰਨ ਅਵਤਾਰ ਤੇ ਲੱਗ ਗਿਆ ਕਿ ਇਹਦੇ ਸਪੁੱਤਰ ਨੇ ਇੱਕ ਕਪੂਰਥਲਾ ਦੀ ਜਗਤਜੀਤ ਡਿਸਟਿਲਰੀ ਦੇ ਵਿੱਚ ਬੇਨਾਮੀ ਹਿੱਸਾ ਪਾ ਲਿਆ ਤੇ ਜਿਹੜੇ ਪੋਲੀਟੀਕਲ ਲੋਕ ਨੇ, ਜਿਹੜੇ ਐਮਐਲਏ ਤੇ ਮੰਤਰੀ ਨੇ, ਉਹਨਾਂ ਦੀਆਂ ਆਪਣੀਆਂ ਸ਼ਰਾਬ ਦੀਆਂ ਮਿੱਲਾਂ ਨੇ। ਰਾਣਾ ਗੁਰਜੀਤ ਸਿੰਘ ਲੋਕੇ ਸ਼ਰਾਬ ਦੀ ਮਿੱਲ ਹੈ ਉੱਥੇ ਤਰਨਤਾਰਨ, ਦੀਪ ਮਲਹੋਤਰੇ ਦੀ ਫਰੀਦਕੋਟ, ਡੀਪੀ ਯਾਦਵ ਦੀ ਯੂਪੀ ਦਾ ਬਾਹੂਬਲੀ ਪੋਲੀਟੀਸ਼ੀਅਨ ਆ, ਉਹਦੀ ਪੰਜਾਬ ਸ਼ਰਾਬ ਦੀ ਮਿੱਲ ਆ, ਜਾਂ ਹੋਰ ਇਹ ਨੰਬਰ 2 ਦੀ ਸ਼ਰਾਬ ਸ਼ਰੇਆਮ ਵੇਚ ਰਹੇ ਨੇ। ਟਰੱਕਾਂ ਦੇ ਟਰੱਕ ਜਾ ਰਹੇ ਨੇ, ਇੱਕ ਟਰੱਕ ਦਾ 6 ਲੱਖ ਤੋਂ ਲੈ ਕੇ 8 ਲੱਖ ਰੁਪਏ ਤੱਕ ਕਮਾਈ ਕਰਦੇ ਨੇ, ਟੈਕਸ ਦੀ ਚੋਰੀ ਕਰਦੇ ਨੇ। ਇਸ ਲਈ ਇਹ ਧੰਦੇ ਬਾਰੇ ਸਭ ਕੁਝ ਕੈਪਟਨ ਸਾਹਿਬ ਨੂੰ ਪੁਰਾਣਾ ਪਤਾ, ਕਿਉਂਕਿ ਕੈਪਟਨ ਸਾਹਿਬ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਆਪ ਵੀ ਨੇ। ਇਸ ਕਰਕੇ ਇਹ ਸਾਰੀ ਮਿਲੀ ਭੁਗਤ ਅਫਸਰਸ਼ਾਹੀ ਦੇ ਵਿੱਚ ਹੀ ਨਾਲ ਪੋਲੀਟੀਕਲ ਲੋਕਾਂ ਦੀ। ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਡੇ ਰਾਜ ਦੇ ਵਿੱਚ ਜਦੋਂ ਅਕਾਲੀ ਦਲ ਭਾਜਪਾ ਦਾ ਰਾਜ ਆਇਆ ਉਦੋਂ ਸ਼ਰਾਬ ਤੋਂ ਮਾਲੀਆ ਵੱਧਦਾ ਰਿਹਾ, ਕਾਂਗਰਸ ਦੌਰਾਨ ਡਾਊਨ ਆਇਆ, ਅੰਕੜੇ ਪੇਸ਼ ਕੀਤੇ ਪਿੱਛੇ ਜੇ, ਬਾਕੀ ਇਫੈਕਟ ਹੈ ਕਿ ਨਹੀਂ? ਇੱਕ ਤਾਂ ਸੁਖਬੀਰ ਸਿੰਘ ਬਾਦਲ ਤੇ ਮੈਨੂੰ ਹਾਸਾ ਆਉਂਦਾ, ਇੱਕ ਪਾਸੇ ਕਹਿੰਦੇ ਸਾਡੀ ਪੰਥਕ ਸਰਕਾਰ ਹੈ, ਅਸੀਂ ਬੜੇ ਧਾਰਮਿਕ ਲੋਕ ਆ, ਇੱਕ ਪਾਸੇ ਛਾਤੀ ਤੇ ਹੱਥ ਠੋਕ ਕੇ ਕਹਿੰਦੇ ਪੰਜਾਬ ਦੇ ਵਿੱਚ ਵਿਕਰੀ ਸ਼ਰਾਬ ਦੀ ਬੜੀ ਵਧਾਤੀ ਸੀ, ਪਰ ਨਾਲ ਉਹ ਭੁੱਲ ਗਏ ਕਿ ਉਹਨਾਂ ਦੇ ਸਮੇਂ ਵੀ ਮਾਫੀਆ ਇਦਾਂ ਹੀ ਪਰਬਲ ਸੀ ਜਿੱਦਾਂ ਹੁਣ। ਇਹ ਜਿਹੜਾ 6500 ਕਰੋੜ ਰੁਪਏ ਦੀ ਸ਼ਰਾਬ ਦੀ ਇਨਕਮ ਹੈ ਨਾ, ਐਕਸਾਈਜ਼ ਦੀ ਰੈਵਨਿਊ, ਅੱਜ ਅਗਰ ਪੰਜਾਬ ਦੇ ਵਿੱਚ ਇਹ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਤਾਮਿਲਨਾਡੂ ਵਾਂਗੂ ਜਾਂ ਹੋਰਨਾਂ ਸਟੇਟਾਂ ਵਾਂਗੂ ਕੀਤਾ ਜਾਵੇ, ਸਾਡਾ ਮੰਨਣਾ ਵਾ ਕਿ ਇਹ ਆਮਦਨ ਘੱਟੋ ਘੱਟ 15000 ਕਰੋੜ ਰੁਪਏ ਹੋਊਗੀ। ਇਹ ਆਲਮੋਸਟ ਜਿੰਨਾ ਖਜ਼ਾਨੇ ਵਿੱਚ ਪੈਸਾ ਆ ਰਿਹਾ ਸ਼ਰਾਬ ਦੀ ਵਿਕਰੀ ਨੂੰ ਲੈ ਕੇ, ਉਨਾ ਹੀ ਖਾਦਾ ਪੀਤਾ ਵੀ ਜਾ ਰਿਹਾ। ਔਰ ਖਾਣ ਪੀਣ ਵਾਲੇ ਕੌਣ ਹੈ? ਜਿਹੜਾ ਮਾਫੀਆ ਅਕਾਲੀਆਂ ਵੇਲੇ ਪਰਬਲ ਸੀ, ਕੱਲਾ ਸ਼ਰਾਬ ਦਾ ਨਹੀਂ, ਅਕਾਲੀਆਂ ਵੇਲੇ ਜਿਹੜਾ ਵੀ ਮਾਫੀਆ ਪਰਬਲ ਸੀ, ਚਾਹੇ ਉਹ ਡਰੱਗ ਮਾਫੀਆ ਸੀ, ਚਾਹੇ ਉਹ ਸ਼ਰਾਬ ਮਾਫੀਆ ਸੀ, ਚਾਹੇ ਉਹ ਕੇਬਲ ਮਾਫੀਆ ਸੀ, ਚਾਹੇ ਉਹ ਟਰਾਂਸਪੋਰਟ ਮਾਫੀਆ ਸੀ, ਚਾਹੇ ਉਹ ਮਾਈਨਿੰਗ ਮਾਫੀਆ ਸੀ, ਸਾਰੇ ਮਾਫੀਆ ਕਾਂਗਰਸ ਨੇ ਉਦਾਂ ਹੀ ਅਡਾਪਟ ਕੀਤੇ ਨੇ। ਤਾਂ ਹੀ ਉਹ ਪੰਜਾਬ ਦਾ ਖਜ਼ਾਨਾ ਲਗਾਤਾਰ ਉਹਦੇ ਤੇ ਕਰਜ਼ਾ ਵੱਧਦਾ ਜਾ ਰਿਹਾ। ਜਿਹੜਾ ਮੰਤਰੀ ਚਰਨਜੀਤ ਚੰਨੀ ਨੂੰ ਕੁਝ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਚੁੱਪ ਕਰ, ਅਫਸਰਾਂ ਖਿਲਾਫ ਨਹੀਂ ਬੋਲੀਦਾ, ਉਹਦੇ ਬਾਰੇ ਕੀ ਕਹਿਣਾ ਕਿ ਇੱਕ ਮੰਤਰੀ ਹੋ ਕੇ ਨਾ ਬੋਲ ਸਕੇ? ਕਿਉਂਕਿ ਇਸ ਤਰ੍ਹਾਂ ਨਾ, ਜੇ ਇੱਕ ਮਿਨਿਸਟਰ ਨੇ ਆਣ ਕੇ ਕਿਤੇ ਸੱਚ ਬੋਲਤਾ ਜਾਂ ਕੁਝ ਐਮਐਲਏ ਨੇ ਇਕੱਠੇ ਹੋ ਕੇ ਆਣ ਕੇ ਸੱਚ ਬੋਲਤਾ, ਬਾਕੀ ਸਾਰੀ ਜਮਾਤ ਨੂੰ ਪਤਾ ਵਾ ਕਿ ਇਹ ਤਾਂ ਮੁੜ ਕੇ ਫਿਰ ਸਾਡੇ ਕੋਲ ਕੰਟਰੋਲ ਨਹੀਂ ਹੋਣਾ ਤੇ ਜਦੋਂ ਜਾਂਚ ਹੋਊਗੀ ਅਸੀਂ ਸਾਰੇ ਉਸ ਜਾਂਚ ਵਿੱਚ ਆਵਾਂਗੇ, ਮਗਰਲੇ ਵਾਲੇ 10 ਸਾਲ ਵਾਲੇ ਵੀ ਤੇ ਹੁਣ ਵਾਲੇ ਵੀ। ਇਸ ਕਰਕੇ ਆਪਣੀਆਂ ਇਹ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਧੰਦੇ ਤੇ ਗੱਲਾਂ ਨੇ,
ਉਹਨਾਂ ਨੂੰ ਛੁਪਾਇਆ ਜਾ ਰਿਹਾ ਵਾ। ਇਹਦੀ ਮੈਂ ਸਮਝਦਾ ਕਿ ਜਿਹੜਾ ਕਾਂਗਰਸ ਨੇ ਕਿਹਾ ਨਾ ਕਿ CBI ਜਾਂਚ ਕਰੇ, ਮੇਰੀ ਤਾਂ ਇਹ ਮੰਗ ਹੈ ਸਰਕਾਰ ਕੋਲੋਂ ਕਿ ਇਹਦੇ ਵਿੱਚ ਤੁਸੀਂ ਕੁੱਲ ਟੋਟਲ ਨੰਬਰ 2 ਦਾ ਸ਼ਰਾਬ ਦੇ ਵਪਾਰ ਦਾ ਜਿਹੜਾ ਹੈਗਾ ਵਾ ਉਹਦੀ ਜਾਂਚ ਵੀ ਇਸ ਦੇ ਵਿੱਚ ਇਨਕੁਆਇਰੀ 'ਚ ਹੋਣੀ ਚਾਹੀਦੀ। ਜਿਹੜੇ ਸ਼ਰਾਬ ਦੇ ਮਿੱਲਾਂ ਵਾਲੇ ਕਰੋੜਾਂ ਸੈਂਕੜੇ ਕਰੋੜਾਂ ਦੀ ਲੁੱਟ ਕਰ ਰਹੇ ਨੇ, ਉਹਨਾਂ ਦਾ ਵੀ ਇਸ ਜਾਂਚ ਦੇ ਦਾਇਰੇ ਵਿੱਚ ਰੋਲ ਆਉਣਾ ਚਾਹੀਦਾ। ਇਕੱਲੇ ਅਫਸਰਸ਼ਾਹੀ ਦੀ ਨਹੀਂ, ਪੋਲੀਟੀਕਲ ਲੋਕਾਂ ਦੀ, ਜਿਨ੍ਹਾਂ ਲੋਕਾਂ ਨੇ ਇਸ ਵਿੱਚ ਧੰਦਾ ਕੀਤਾ, ਉਹ ਸਾਰੇ ਵਿੱਚ ਆਉਣੇ ਚਾਹੀਦੇ। ਸਭ ਇਹ ਨਹੀਂ ਲੱਗਦਾ ਕਿ ਇਹੋ ਜਿਹੇ ਵੱਡੇ ਫੈਸਲੇ ਜਦੋਂ ਆਬਕਾਰੀ ਨੀਤੀ ਤਿਆਰ ਕਰਨੀ ਹੋਵੇ ਕੈਬਨਿਟ ਦੇ ਵਿੱਚ ਵਿਚਾਰੇ ਜਾਣ? ਜੇ ਘੰਟੇ ਦੀ ਮੀਟਿੰਗ ਤੁਸੀਂ 4 ਘੰਟੇ ਦੀ ਰੱਖ ਲਓ, ਤੁਹਾਨੂੰ ਨਹੀਂ ਲੱਗਦਾ ਕਿ ਅਫਸਰਾਂ ਨਾਲ ਮੰਤਰੀਆਂ ਦੀ ਮੀਟਿੰਗ ਹੋਣੀ ਇੱਕ ਮਤਲਬ ਔਕਵਰਡ ਜੀ ਲੱਗਦੀ, ਸਹੀ ਨਹੀਂ ਲੱਗਦੀ? ਕਿਉਂਕਿ ਇੱਕ ਮੁੱਖ ਮੰਤਰੀ ਦਾ ਦਬਾਅ ਹੁੰਦਾ, ਉੱਥੇ ਝਗੜਾ ਵੀ ਨਹੀਂ ਹੋਣਾ, ਉਹ ਰਹਿ ਵੀ ਸਮਾਰ ਕੇ ਲੈ ਸਕਦੇ। ਦੇਖੋ, ਇੱਕ ਗੱਲ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਇਨਐਕਸੈਸਿਬਲ ਚੀਫ ਮਿਨਿਸਟਰ ਸਾਬਤ ਹੋਏ ਨੇ। ਹੁਣ ਦੇਖ ਲਓ, ਇਹਨਾਂ ਦਿਨਾਂ ਵਿੱਚ ਉਹ ਆਪਣੇ ਫਾਰਮ ਹਾਊਸ ਤੇ ਬੈਠੇ ਨੇ 15-20 ਕਿਲੋਮੀਟਰ ਤੇ ਚੰਡੀਗੜ੍ਹ, ਪਰ ਚੰਡੀਗੜ੍ਹ ਵਿੱਚ ਆਪਣੀ ਕੈਬਨਿਟ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਆਉਂਦੇ ਨੇ। ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਅਫਸਰਾਂ ਦੇ ਬਲ ਤੇ ਚੱਲ ਰਹੀ ਹੈ, ਔਰ ਅਫਸਰਾਂ ਦੀ ਜ਼ਿਆਦਾ ਇਹਦੇ ਵਿੱਚ ਹਰ ਨੀਤੀ ਦੇ ਵਿੱਚ ਉਹਨਾਂ ਦਾ ਜ਼ਿਆਦਾ ਪੁੱਛਗਿੱਛ ਹੈ। ਤਾਂ ਹੀ ਉਹ ਮਿਨਿਸਟਰਾਂ ਨੇ ਬਗਾਵਤ ਕੀਤੀ। ਅਸਲ ਬਗਾਵਤ ਇਹ ਸਾਰੀ ਚੀਫ ਮਿਨਿਸਟਰ ਦੇ ਖਿਲਾਫ ਹੀ ਆ। ਜਿਹੜਾ ਰਾਜਾ ਵੜਿੰਗ ਨੇ ਬਿਆਨ ਦਿੱਤਾ ਨਾ ਕਿ ਜੀ ਚੀਫ ਸੈਕਟਰੀ ਜਿਹੜਾ ਵਾ ਉਹ ਕੌਨਫਲਿਕਟ ਆਫ ਇੰਟਰਸਟ ਕਰ ਰਿਹਾ, ਉਹਨੂੰ ਪਤਾ ਵਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਦਾ ਕੈਪਟਨ ਅਮਰਿੰਦਰ ਸਿੰਘ ਆ। ਜਿਹੜੇ ਮਿਨਿਸਟਰਸ ਕਹਿੰਦੇ ਨੇ ਕਿ ਚੀਫ ਸੈਕਟਰੀ ਜਿਹੜਾ ਜੀ ਉਹ ਗਲਤ ਗੱਲਾਂ ਕਰਦਾ, ਉਹਨਾਂ ਨੂੰ ਪਤਾ ਵਾ ਕਿ ਚੀਫ ਸੈਕਟਰੀ ਅਮਰਿੰਦਰ ਸਿੰਘ ਦਾ ਟੌਪ ਨੰਬਰ 1 ਦਾ ਅਫਸਰ ਆ। ਇਸ ਕਰਕੇ ਇਹ ਸਾਰੀ ਫਰਸਟ੍ਰੇਸ਼ਨ ਚੀਫ ਮਿਨਿਸਟਰ ਦੀ ਕਾਰਜਸ਼ੈਲੀ ਤੇ ਆ, ਪਰ ਢਾਲ ਤੇ ਇੱਕ ਬਹਾਨਾ ਉਹਨਾਂ ਨੂੰ ਚੀਫ ਸੈਕਟਰੀ ਮਿਲ ਗਿਆ। ਹਾਂ, ਜਿਹੜਾ ਇਲਜ਼ਾਮ ਚੀਫ ਸੈਕਟਰੀ ਦੇ ਲੱਗੇ ਨੇ ਉਹਦੀ ਜਾਂਚ ਵੀ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਆਦਮੀ ਚਾਹੇ ਕਿੱਡਾ ਹੀ ਤਾਕਤਵਰ ਹੈ, ਉਹ ਜਾਂਚ ਦੇ ਦਾਇਰੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਪਰ ਖਹਿਰਾ ਸਾਹਿਬ, ਪਿਛਲੇ 2.5-3 ਸਾਲ ਤੋਂ ਜਿਹੜੇ ਚੀਫ ਸੈਕਟਰੀ ਨੇ ਉਹ ਇੱਕ ਨਾਂ ਦੇ ਚੀਫ ਸੈਕਟਰੀ ਲੱਗਦੇ ਨੇ। ਸਰਕਾਰ ਚਲਾਉਣ ਵਾਲੇ ਕੁਝ ਉਹ ਅਫਸਰ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਨੇ। ਇਹ ਵੀ ਲੱਗਦਾ ਕਿ ਜਿਹੜਾ ਚੀਫ ਸੈਕਟਰੀ ਦਾ ਇੱਕ ਨਾਂ ਚੱਲਦਾ ਬਸ ਵੀ ਉਹ ਹੈ, ਪ੍ਰੈਕਟੀਕਲੀ ਸਰਕਾਰ ਕਿਤੇ ਹੋਰ ਚੱਲਦੀ ਹੈ। ਇਹ ਨਹੀਂ ਤੁਹਾਨੂੰ ਲੱਗਦਾ? ਤੁਹਾਡੇ ਨਾਲ ਸਹਿਮਤ ਹੈ ਕਿ ਪਹਿਲੀ ਵਾਰ ਹੋਇਆ ਕਿ ਇੱਥੇ ਸੁਪਰ ਚੀਫ ਸੈਕਟਰੀ ਲੱਗੇ ਹੋਏ ਨੇ। ਚੀਫ ਸੈਕਟਰੀ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਆਪਣੀ ਪੂਰੀ ਭਾਰੀ ਭੜਕਮ ਇੱਕ ਫੌਜ ਰੱਖੀ ਹੋਈ ਹੈ। ਪਰ ਜਿਹੜਾ ਇਲਜ਼ਾਮ ਚੀਫ ਸੈਕਟਰੀ ਦੇ ਲੱਗਿਆ ਕਿ ਉਹਨਾਂ ਨੇ ਆਪਣੇ ਸੁਪੁੱਤਰ ਨੂੰ ਇੱਕ ਡਿਸਟਿਲਰੀ ਬੇਨਾਮੀ ਸ਼ੇਅਰ ਲੈਤਾ ਜਿਹਦੇ ਉਹ ਆਪ ਅਫਸਰ ਸੀਗੇ, ਇਹਦਾ ਮਤਲਬ ਭਾਵੇਂ ਉਹ ਕਿੱਡੇ ਹੀ ਸੀਗੇ ਅਫਸਰ ਉਹਨਾਂ ਦੇ ਉੱਤੇ ਲੱਗੇ, ਇਹਦਾ ਮਤਲਬ ਥੱਲੇ ਪੱਧਰ ਦੇ ਅਮਰਿੰਦਰ ਦੀ ਬਿਊਰੋਕ੍ਰੇਸੀ ਵਿੱਚ ਰਿਸ਼ਵਤਖੋਰੀ ਤੇ ਕਰਪਸ਼ਨ ਹੋ ਰਹੀ ਸੀ। ਇਸ ਲਈ ਇਹਦੀ ਜਾਂਚ ਹੋਣੀ ਬਹੁਤ ਲਾਜ਼ਮੀ ਹੈ। ਗੱਲ ਕਰੀਏ ਹੁਣ ਸਮੇਤ ਸਿੰਘ ਸੈਣੀ ਦੀ। ਸੈਣੀ ਦਾ ਮਾਮਲਾ 29 ਸਾਲ ਬਾਅਦ ਖੁੱਲਿਆ, ਬਲਵੰਤ ਸਿੰਘ ਮਲਤਾਨੀ ਵਾਲਾ, ਹੋਰ ਵੀ ਕਈ ਮਾਮਲੇ ਹੋਣਗੇ। ਤੁਹਾਡੇ ਧਿਆਨ 'ਚ ਕਿੰਨੇ ਕੁ ਮਾਮਲੇ ਆ, ਤੇ ਇਹ ਨਹੀਂ ਲੱਗਦਾ ਕਿ ਇੱਕ ਕਮਿਸ਼ਨ ਬਣ ਜਾਏ ਘੱਟੋ ਘੱਟ ਸੈਣੀ ਵਾਲੇ ਮਾਮਲੇ 'ਚ ਤਾਂ ਲੋਕਾਂ ਨੂੰ ਇਨਸਾਫ ਮਿਲ ਸਕੇ? ਇਹ ਕਮਿਸ਼ਨ ਤਾਂ ਅਕਾਲੀ ਦਲ ਨੇ ਕਿਹਾ ਸੀ ਅਸੀਂ ਟਰੁੱਥ ਕਮਿਸ਼ਨ ਬਣਾਵਾਂਗੇ। 1997 ਦੇ ਮੈਨੀਫੈਸਟੋ ਕੱਢ ਕੇ ਦੇਖ ਲਓ ਬਾਦਲਾਂ ਦਾ। ਇਹਨਾਂ ਨੇ ਟਰੁੱਥ ਕਮਿਸ਼ਨ ਨਾ ਬਣਾਉਣ ਕਰਕੇ ਇਸ ਤਰ੍ਹਾਂ ਦੇ ਜਿਹੜੇ ਕਾਤਲ ਅਫਸਰ ਸੀਗੇ, ਇਕੱਲੇ ਇਹ ਨਹੀਂ, KPS ਗਿੱਲ, JF ਰਬੇਰੋ, ਬਹੁਤ ਸਾਰੇ ਪੁਲਿਸ ਅਫਸਰ ਇਨਕਲੂਡਿੰਗ ਸੈਣੀ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਸੀ, ਜਿਹੜੇ ਇੱਦਾਂ ਲੋਕਾਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਤਸ਼ੱਦਦ ਕਰਦੇ ਸੀ, ਮੁੜ ਕੇ ਮਾਰ ਦਿੰਦੇ ਸੀ। ਇਹ ਜਿਹੜਾ ਕਸੂਰਵਾਰ ਨੇ, ਮੈਂ ਸਮਝਦਾ ਇਹਦੇ ਵਿੱਚ ਬਾਦਲ ਦਾ ਪਰਿਵਾਰ ਕਸੂਰਵਾਰ ਹੈ। ਉਹਨਾਂ ਦੀ ਬਦੌਲਤ ਇਹ ਲੋਕ ਅੱਜ ਜਿਹੜੇ ਨੇ ਇਹਨਾਂ ਤੇ ਕੋਈ ਐਕਸ਼ਨ ਤਾਂ ਕੀ ਹੋਣਾ, ਉਲਟਾ ਇਹਨਾਂ ਨੂੰ DGP ਲਾਇਆ ਉਹਨਾਂ ਨੇ। ਮੈਂ ਪੁੱਛਣਾ ਚਾਹੁੰਦਾ ਬਾਦਲ ਸਾਹਿਬ ਨੂੰ, ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਪੰਥਕ ਸਰਕਾਰ ਹੈ, ਸਾਡੀ ਸਿੱਖ ਹਤੈਸ਼ੀ ਪਾਰਟੀ ਹੈ, ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ, ਇਹ ਤੇ ਪਹਿਲਾਂ ਵੀ FIR ਦਰਜ ਹੋ ਚੁੱਕੀ ਆ, ਔਰ ਇਹਦੇ ਤੇ ਇਲਜ਼ਾਮ ਆ ਕਿ ਇਹਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਨੂੰ ਚੱਕ ਕੇ ਮਾਰਿਆ। ਇਹਨਾਂ ਨੇ ਆਪਣੇ ਕੈਟਾਂ ਦੇ ਰਾਹੀਂ ਜਟਾਨਾ ਦਾ ਪਰਿਵਾਰ ਅਤੇ ਹੋਰ ਅਨੇਕਾਂ ਸੈਂਕੜੇ ਪਰਿਵਾਰਾਂ ਨੂੰ ਮਰਵਾਇਆ ਤੇ ਇਹਨਾਂ ਨੂੰ DGP ਲਾਇਆ ਸੀ। ਔਰ ਜਿੱਥੋਂ ਤੱਕ ਹੁਣ ਜਿਹੜੀ ਸਰਕਾਰਾਂ ਦੀ ਗੱਲ ਹੈਗੀ ਹੈ, ਮੈਂ ਸਮਝਦਾ ਕਿ ਇੱਕ ਸਿਸਟਮ ਬਚਾ ਰਿਹਾ ਇਹਨਾਂ ਨੂੰ। ਇੱਕ ਡੀਪ ਸਟੇਟ ਪਾਲਿਸੀ ਹੁੰਦੀ ਆ, ਜਿਹੜੇ ਦਿੱਲੀ ਬੈਠੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ, ਇਹਨਾਂ ਦਾ ਦੁਰਉਪਯੋਗ ਕਰਦੇ ਨੇ ਤਸ਼ੱਦਦ ਕਰਾਉਣ ਵਿੱਚ, ਇਹਨਾਂ ਨੂੰ ਮਾਈਨੋਰਿਟੀਜ਼ ਦੇ ਖਿਲਾਫ ਇਹਨਾਂ ਦਾ ਇਸਤੇਮਾਲ ਕਰਦੇ ਆ, ਇਸ ਲਈ ਇਹਨਾਂ ਨੂੰ ਕੁਝ ਹੋਣ ਨਹੀਂ ਦਿੰਦੇ। 30 ਸਾਲ ਬਾਅਦ FIR ਹੋਈ ਹੈ, ਕਿਹੜੇ ਵੇਲੇ ਜਾ ਕੇ ਸਜ਼ਾ ਹੋਊਗੀ? ਇੱਕ ਸੁਮੇਧ ਸਿੰਘ ਸੈਣੀ ਦੇ ਖਿਲਾਫ ਸੈਣੀ ਮੋਟਰਸ ਦਾ ਟ੍ਰਿਪਲ ਮਰਡਰ ਕੇਸ ਚੱਲ ਰਿਹਾ 1994 ਦਾ, ਚੱਲੀ ਤੁਰਿਆ ਜਾਂਦਾ। ਇਹਨਾਂ ਲੋਕਾਂ ਨੂੰ ਕਦੋਂ ਸਜ਼ਾ ਹੋਊਗੀ? ਔਰ ਦੁਖਦਾਈ ਗੱਲ ਆ ਕਿ ਇਸ FIR ਵਿੱਚ ਕਿਡਨੈਪਿੰਗ, ਅਬਡਕਸ਼ਨ, ਮਰਡਰ, ਇਹਦੇ 'ਚ ਅਗਾਊਂ ਜ਼ਮਾਨਤ ਮਿਲ ਗਈ ਇਹਨੂੰ। ਜੇ ਆਮ ਸਧਾਰਨ ਬੰਦੇ ਨੇ 323, 24, 25 ਦੀ ਵੀ ਜ਼ਮਾਨਤ ਲੈਣੀ ਹੋਵੇ, ਉਹਨੂੰ ਅਗਾਊਂ ਜ਼ਮਾਨਤ ਨਹੀਂ ਦਿੰਦੀਆਂ ਅਦਾਲਤਾਂ। ਇਸ ਲਈ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਉੱਤੇ ਬਹੁਤ ਵੱਡੀ ਚਪੇਟ ਤੇ ਬਹੁਤ ਵੱਡਾ ਧੱਬਾ ਵਾ। ਜਦ ਤੱਕ ਇਹ ਕ੍ਰਿਮੀਨਲਸ, ਜਦ ਤੱਕ ਇਹ ਜਿਹੜੇ ਯੂਨੀਫਾਰਮ ਵਿੱਚ ਬਦਮਾਸ਼ ਨੇ, ਇਹਨਾਂ ਨੂੰ ਸਜ਼ਾ ਨਹੀਂ ਹੁੰਦੀ। ਤੁਹਾਨੂੰ ਕੀ ਲੱਗਦਾ ਕਿ ਜੇ
ਅਕਾਲੀ ਭਾਜਪਾ ਸਰਕਾਰ ਵੇਲੇ ਸੈਣੀ ਨੂੰ ਡੀਜੀਪੀ ਨਾ ਬਣਾਉਂਦੇ, ਹੋ ਸਕਦਾ ਲੋਕ ਪਹਿਲਾਂ ਆਵਾਜ਼ ਉਠਾਉਂਦੇ, ਪਹਿਲਾਂ ਕੋਰਟਾਂ 'ਚ ਜਾਂਦੇ, ਪਹਿਲਾਂ ਇਨਸਾਫ ਮੰਗਦੇ। ਕਿਤੇ ਨਾ ਕਿਤੇ ਅਕਾਲੀ ਸਰਕਾਰ ਨੇ ਉਹ ਲੋਕਾਂ ਤੋਂ ਇਨਸਾਫ ਦੂਰ ਕੀਤਾ ਹੈ। ਇਹ ਤਾਂ ਪੱਕੀ ਗੱਲ ਹੈ ਜੀ। ਜਦੋਂ ਤੁਸੀਂ ਕਿਸੇ ਆਦਮੀ ਨੂੰ ਸ਼ਕਤੀ ਦੇ ਦਿੰਦੇ ਹੋ, ਉਹਨੂੰ ਸੱਤਾ ਦੇ ਵਿੱਚ ਬਿਠਾ ਦਿੰਦੇ ਨੇ, ਆਮ ਆਦਮੀ ਡਰਦੇ ਨੇ ਕਿ ਅਸੀਂ ਇਹਦੇ ਖਿਲਾਫ ਬੋਲਾਂਗੇ। ਉਹਨਾਂ ਨੂੰ ਪਤਾ ਕਿ ਇਹਦੇ ਖਿਲਾਫ ਬੋਲ ਕੇ ਸਾਡਾ ਕੁਝ ਨਹੀਂ ਹੋਣਾ। ਆ ਜਿਹੜੇ ਹੁਣ ਇੱਕ ਸਤਿਕਾਰਯੋਗ ਸਾਡੀ ਭੈਣ ਆਈ ਆ ਮਿਸਿਸ ਮਾਨ, ਜਿਹੜੇ ਖੁਲਾਸੇ ਉਹਨਾਂ ਨੇ ਕੀਤੇ ਨੇ, ਉਹ ਆਪ ਕਹਿੰਦੇ ਨੇ ਕਿ ਅਸੀਂ ਡਰਦੇ ਸੀਗੇ ਕਿ ਇਹਨੂੰ ਤਾਂ ਡੀਜੀਪੀ ਬਣਾਇਆ ਹੋਇਆ, ਇਹਦੇ ਖਿਲਾਫ ਬੋਲ ਕੇ ਕੀ ਕਰਾਂਗੇ। ਉਹਨਾਂ ਦਾ ਹਸਬੰਡ ਜਿਹਨੂੰ ਇਹਨੇ ਟੌਰਚਰ ਕੀਤਾ ਸੀ, ਉਹ ਇੱਥੋਂ ਦੇਸ਼ ਛੱਡ ਕੇ ਅਮਰੀਕਾ ਚਲੇ ਗਿਆ। ਇਸ ਲਈ ਅਕਾਲੀਆਂ ਨੇ ਇਹਨੂੰ ਡੀਜੀਪੀ ਬਣਾ ਕੇ obstruction ਕੀਤੀ ਜਸਟਿਸ ਵਿੱਚ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਸਭ ਕੁਝ। ਇਹ ਆਪਣੀ 2002 ਵਾਲੀ ਸਰਕਾਰ ਵਿੱਚ ਚੱਕ ਕੇ ਪਰਚਾ ਦਰਜ ਕਰ ਸਕਦੇ ਸੀ। ਇਹਨਾਂ ਨੇ ਵੀ ਬਹੁਤ ਲੇਟ ਕੀਤਾ, ਹੁਣ ਵੀ 3 ਸਾਲ ਬਾਅਦ ਪਰਚਾ ਦਰਜ ਕੀਤਾ। ਮੈਨੂੰ ਅਫਸੋਸ ਹੈ ਕਿ ਇਸ ਸਿਸਟਮ ਦੇ ਵਿੱਚ ਇੱਦਾਂ ਦੇ ਗੁਨਾਹਗਾਰ ਅਫਸਰਾਂ ਨੂੰ ਕਿਉਂ ਪ੍ਰੋਟੈਕਟ ਕੀਤਾ ਜਾਂਦਾ। ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀਗੀ। ਔਰ ਜਦ ਤੁਹਾਡੇ ਕੋਲ ਸੰਵਿਧਾਨ ਹੈ, ਕਨਸਟੀਟਿਊਸ਼ਨ ਹੈ, ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰੋ, ਤੁਸੀਂ ਲੋਕਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੋ। ਫਿਰ ਸੰਵਿਧਾਨ ਕਾਹਦੇ ਵਾਸਤੇ, ਫਿਰ ਵਰਦੀਆਂ ਕਾਹਦੇ ਲਈ ਬਣਾਈਆਂ ਨੇ, ਫਿਰ ਏਡੀਆਂ ਕਿਤਾਬਾਂ ਕਿਉਂ ਰੱਖੀਆਂ ਹੋਈਆਂ ਨੇ। ਇਹ ਕਿਸੇ ਨੂੰ ਅਧਿਕਾਰ ਨਹੀਂ ਸੀਗਾ। ਇਸ ਲਈ ਇਹਨਾਂ ਨੂੰ ਸਜ਼ਾ ਤੁਰੰਤ ਔਰ ਜਲਦੀ ਤੋਂ ਜਲਦੀ ਮਿਲਣੀ ਚਾਹੀਦੀ। ਸਾਹਿਬ, ਝੂਠੇ ਪੁਲਿਸ ਮੁਕਾਬਲਿਆਂ ਦੇ ਜਿਹੜੇ ਕੇਸ ਸੀਬੀਆਈ ਨੇ ਜਾਂਚ ਕੀਤੀ ਜਿਨ੍ਹਾਂ ਮਾਮਲਿਆਂ ਦੀ, ਉਹਨਾਂ ਮਾਮਲਿਆਂ 'ਚ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਹੋਈਆਂ ਨੇ ਬਹੁਤ ਸਾਰਿਆਂ ਨੂੰ, ਪਰ ਪੰਜਾਬ ਪੁਲਿਸ ਨੇ ਕੋਈ ਇਹੋ ਜਿਹਾ ਕੇਸ ਨਹੀਂ ਕੀਤਾ ਕਿ ਕਿਸੇ ਇੱਕ ਨੂੰ ਸਜ਼ਾ ਹੋਈ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਦੀ ਵੀ ਸੀਬੀਆਈ ਜਾਂਚ ਕਰੇ ਤਾਂ ਕਰਕੇ ਇਨਸਾਫ ਮਿਲ ਸਕਦਾ? ਦੇਖੋ, ਸੀਬੀਆਈ ਨੇ ਤਾਂ ਜਾਂਚ ਆਪਣੀ ਕਰਤੀ ਸੀਗੀ। ਜਦੋਂ ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ, ਇਹਨਾਂ ਹੀ ਅਕਾਲੀਆਂ ਦੀ ਸਰਕਾਰ ਨੇ ਜਦੋਂ ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਵਿੱਚ ਇਨਸਾਫ ਨਹੀਂ ਦਿੱਤਾ, ਅਲਟੀਮੇਟਲੀ ਦਰਸ਼ਨ ਸਿੰਘ ਜਿਹੜਾ ਰਿਟਾਇਰਡ ਆਫਸਰ ਸੀ IAS ਦਾ ਪਿਤਾ, ਉਹ ਹਾਈ ਕੋਰਟ ਗਿਆ। ਹਾਈ ਕੋਰਟ ਨੇ ਸੀਬੀਆਈ ਦੀ ਜਾਂਚ ਆਰਡਰ ਕੀਤੀ। ਸੀਬੀਆਈ ਨੇ 70 ਗਵਾਹਾਂ ਦੇ ਬਿਆਨਾਤ ਲਏ, ਫਿਰ ਉਹਨਾਂ ਨੇ FIR ਦਰਜ ਕੀਤੀ ਤੇ ਫਿਰ ਸੁਪਰੀਮ ਕੋਰਟ ਨੇ ਜਾ ਕੇ ਉਹ FIR ਬਗੈਰ ਕਿਸੇ ਗੱਲ ਤੋਂ ਕੁਐਸ਼ ਕਰਤੀ। ਆਪੇ ਬੇਇਨਸਾਫੀ ਹੋ ਗਈ। ਔਰ ਹੁਣ ਵੀ ਪੰਜਾਬ ਪੁਲਿਸ ਦਾ ਜਿਹੜਾ ਟਰੈਕ ਰਿਕਾਰਡ ਆ ਉਹ ਬਹੁਤ ਮਾੜਾ ਵਾ। ਇਹ ਜਿੰਨੇ ਮਾਮਲੇ ਸੀਬੀਆਈ ਕੋਲ ਜਾਂਦੇ ਨੇ, ਅਦਾਲਤਾਂ ਵਿੱਚ ਜਾਂਦੇ ਨੇ, ਇਸੇ ਲਈ ਜਾਂਦੇ ਨੇ ਕਿਉਂਕਿ ਪੰਜਾਬ ਪੁਲਿਸ FIR ਹੀ ਨਹੀਂ ਦਰਜ ਕਰਦੀ। ਬੇਅਦਬੀ ਦਾ ਮਾਮਲਾ, ਗੁਰੂ ਗ੍ਰੰਥ ਸਾਹਿਬ ਤੇ ਬਾਈਬਲ ਕਲਾਂ ਦੇ ਕਤਲ, ਜਦੋਂ ਇਹਨਾਂ ਨੇ ਕੋਈ FIR ਨਹੀਂ ਦਰਜ ਕੀਤੀ ਤਾਂ ਹੀ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣਾ ਪਿਆ ਨਾ ਅਗਲੀ ਸਰਕਾਰ ਨੂੰ। ਜੇ ਉਸੇ ਵਕਤ ਅਕਾਲੀਆਂ ਦੀ ਸਰਕਾਰ ਬਾਈਬਲ ਕਲਾਂ ਦੇ ਜਿਹੜੇ 2 ਸਿੱਖ ਨੌਜਵਾਨ ਮਾਰੇ ਗਏ ਸੀ ਉਦੋਂ FIR ਦਰਜ ਕਰ ਦਿੰਦੀ ਤੇ ਅੱਜ ਤੱਕ ਉਹਨਾਂ ਨੂੰ ਲੋਕਾਂ ਨੂੰ ਸਜ਼ਾ ਮਿਲੀ ਹੋਣੀ ਸੀਗੀ। ਇਸ ਲਈ ਇਹ ਸਾਡੇ ਜਿਹੜੇ ਲੀਡਰ ਨੇ, ਇਹ ਵਰਦੀਧਾਰੀ ਕ੍ਰਿਮੀਨਲਸ ਨੂੰ ਸਪੋਰਟ ਕਰਦੇ ਨੇ। ਸਰ, ਤੁਹਾਨੂੰ ਵੀ ਕੇਸਾਂ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਸਮੇਤ ਸਿੰਘ ਸੈਣੀ ਦਾ ਹੱਥ ਸੀ ਕਿਤੇ ਨਾ ਕਿਤੇ? ਦੇਖੋ, ਇਹ ਤਾਂ ਜਦੋਂ ਕੋਈ ਵੀ ਵਿਅਕਤੀ ਐਸਟੈਬਲਿਸ਼ਮੈਂਟ ਦੇ ਖਿਲਾਫ ਬੋਲੂਗਾ, ਉਹਨੂੰ ਪਹਿਲਾਂ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਕਿ ਮੇਰੇ ਖਿਲਾਫ ਇੱਕ ਕਾਰਵਾਈ ਕਰ ਸਕਦੇ। ਮੈਂ ਜਦੋਂ ਕਾਂਗਰਸ ਵਿੱਚ ਸੀਗਾ, ਜਦੋਂ ਮੈਂ 10 ਸਾਲ ਬਾਦਲਾਂ ਦੇ ਰਾਜ ਦੇ ਖਿਲਾਫ ਬੋਲਿਆ, ਇਹਨਾਂ ਨੇ ਮੇਰੇ ਤੇ 6 ਝੂਠੇ ਮੁਕੱਦਮੇ ਦਰਜ ਕੀਤੇ ਸੀ। ਮੈਨੂੰ ਪਤਾ ਸੀਗਾ ਕਿ ਕਰਨਗੇ ਇਹ, ਪਰ ਦੁੱਖ ਮੈਨੂੰ ਉਦੋਂ ਹੋਇਆ ਜਦੋਂ ਅਮਰਿੰਦਰ ਸਿੰਘ, ਜਿਹੜੇ ਕਹਿੰਦੇ ਸੀ ਅਸੀਂ ਪੋਲੀਟੀਕਲ ਵੈਂਡੇਟਾ ਕਮਿਸ਼ਨ ਬਣਾਇਆ, ਇੱਕ ਜੱਜ ਬਿਠਾਇਆ ਵਾ, ਜਦੋਂ ਇਹਨਾਂ ਨੇ ਮੇਰੇ ਉੱਤੇ ਮਨਘੜਤ ਝੂਠਾ ਮੁਕੱਦਮਾ ਦਰਜ ਕੀਤਾ ਸਿਰਫ ਇਸ ਕਰਕੇ ਕਿਉਂਕਿ ਮੈਂ ਰਾਣਾ ਗੁਰਜੀਤ ਸਿੰਘ ਦੇ ਮਾਈਨਿੰਗ ਸਕੈਂਡਲ ਦੇ ਖਿਲਾਫ ਬੋਲਿਆ ਸੀਗਾ। ਤੇ ਇਸ ਕਰਕੇ ਇਹ ਸਾਰੇ ਲੋਕਾਂ ਦਾ ਹੱਥ ਹੁੰਦਾ ਵਾ। ਜਿਹੜਾ ਮੇਰੇ ਤੇ ਪਰਚਾ ਦਰਜ ਹੋਇਆ ਨਾ, ਇਹ NDPS ਦਾ, ਇਹਦਾ ਜਿਹੜਾ ਆਧਾਰ ਸੀਗਾ ਉਹ ਸੁਮੇਧ ਸਿੰਘ ਸੈਣੀ ਨੇ ਬਣਾਇਆ ਸੀਗਾ, ਜਿਹੜਾ ਹੁਣ ਇਹਨਾਂ ਨੇ ਕਾਂਗਰਸ ਨੇ ਪਰਚਾ ਇਹ ਸਾਰੇ ਇੱਕ ਮੁਕਾਮ ਤੇ ਜਾ ਕੇ ਇੱਕ ਹਮਾਮ ਦੇ ਅੰਦਰ ਇਹ ਸਾਰੇ ਨੰਗੇ ਨੇ। ਤੁਹਾਡੇ ਤੇ ਇੱਕੋ ਕੇਸ ਚੱਲ ਰਿਹਾ, ਬਾਕੀ ਤਾਂ ਮੈਨੂੰ ਲੱਗਦਾ ਉਹ 'ਚੋਂ ਤੁਹਾਨੂੰ ਬਰੀ ਹੋ ਗਈ। ਹਾਈ ਕੋਰਟ ਨੇ ਮੈਨੂੰ ਕੁਐਸ਼ ਕਰਤੇ ਸੀਗੇ। ਬਦਕਿਸਮਤੀ ਦੇ ਨਾਲ ਇਹ ਜਿਹੜਾ ਮੇਰੇ ਤੇ ਝੂਠਾ ਮੁਕੱਦਮਾ ਦਰਜ ਕੀਤਾ ਸੀਗਾ, ਇਹਦੇ 'ਚ ਉਹ ਮੈਟਰ ਸੁਪਰੀਮ ਕੋਰਟ 'ਚ ਪੈਂਡਿੰਗ ਹੈ। ਸੁਪਰੀਮ ਕੋਰਟ ਨੇ ਇਹਦੇ ਤੇ ਰੋਕ ਲਾ ਦਿੱਤੀ ਸੀਗੀ, ਪਰ ਉਹ ਪੈਂਡਿੰਗ ਹੈਗਾ ਹਾਲੇ ਤੱਕ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਤਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਇਹ ਸੱਚਾਈ ਬਿਆਨ ਕੀਤੀ ਕਿ ਪੰਜਾਬ ਪੁਲਿਸ ਤੋਂ ਜਿਹੜਾ ਸੈਣੀ ਪੀੜਤ ਪਰਿਵਾਰ ਨੇ, ਉਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ। ਇਸ ਮਾਮਲੇ ਦੀ ਸੀਬੀਆਈ ਨੇ ਪਹਿਲਾਂ ਜਾਂਚ ਕੀਤੀ ਸੀ, ਉਸ ਆਧਾਰ ਤੇ ਹੀ ਸੁਮੇਧ ਸਿੰਘ ਸੈਣੀ ਤੇ ਹੋਰ ਪੁਲਿਸ ਵਾਲਿਆਂ ਖਿਲਾਫ ਪਰਚੇ ਦਰਜ ਕਰਕੇ ਅਦਾਲਤਾਂ 'ਚ ਕੇਸ ਚਲਾਉਣੇ ਚਾਹੀਦੇ ਨੇ। ਵੇਖਣਾ ਇਹ ਹੋਏਗਾ ਕਿ ਇਹ ਕੇਵਲ ਅੱਖਾਂ ਪੁੰਝਣ ਲਈ ਆ ਜਾਂ ਵਾਕਈ ਫਿਰ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਜਾਏਗਾ। ਦੂਸਰੀ ਗੱਲ, ਖਹਿਰਾ ਸਾਹਿਬ ਨੇ ਕਿਹਾ ਕਿ ਜੋ ਕੈਪਟਨ ਸਰਕਾਰ ਦੇ ਜਿਹੜੇ ਮੰਤਰੀ ਨੇ, ਉਹਨਾਂ ਦਾ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉੱਠ ਗਿਆ, ਵਿਧਾਇਕਾਂ ਦਾ ਜੋ ਵਿਸ਼ਵਾਸ ਆ ਉਹ ਵੀ ਉੱਠ ਗਿਆ, ਜਿਸ ਕਾਰਨ ਇਹ ਲੋਕਾਂ ਦੇ ਮੁੱਦੇ ਗਾਇਬ ਕਰ ਰਹੇ ਨੇ, ਸ਼ਰਾਬ ਨੂੰ ਮੁੱਦਾ ਬਣਾ ਰਹੇ ਨੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।